नमस्कार, हलचल में आपका स्वागत है। सबसे पहले नजर डालते हैं अपने शहर और आसपास की हलचल पर। कांगड़ा में अर्नी यूनिवर्सिटी इंदौरा का परिसर पानी में डूबा। एनडीआरएफ की टीम ने 400 से ज्यादा छात्रों का किया रेस्क्यू। मोगा के कबाड़िया बाजार में टायर की दुकान में लगी भीषण आग, लाखों रुपयों का हुआ नुकसान। जम्मू कश्मीर में भारी बारिश से फंसे यात्रियों के लिए रेलवे ने जम्मू से दिल्ली के लिए चलाई विशेष ट्रेन, लोगों को मिली राहत। और अब हलचल विस्तार से। कांगड़ा में 26 और 27 अगस्त की रात अचानक ब्यास नदी का जल स्तर बढ़ने से अर्नी यूनिवर्सिटी इंदौरा का परिसर डूब गया। यूनिवर्सिटी में सैकड़ों छात्र छात्राएं और स्टाफ फंस गई। स्थिति की गंभीरता को देखते हुए एसडीएम इंदौरा सुरेंद्र ठाकुर ने एनडीआरएफ से मदद मांगी। एनडीआरएफ की टीम तुरंत मौके पर पहुंची और कठिन हालात के बीच 412 छात्रों और 15 स्टाफ सहित कुल 427 लोगों को सुरक्षित निकाला। ये रेस्क्यू ऑपरेशन रात 2 बजे तक चला। अगले दिन 27 अगस्त को भी टीम ने अभियान जारी रखा और यूनिवर्सिटी परिसर से 26 और लोगों में 19 पुरुष 7 महिलाओं को सुरक्षित बाहर लाया। इस ऑपरेशन की कमान ललित मोहन सिंह, डिप्टी कमांडेंट 14वीं बटालियन एनडीआरएफ ने संभाली। मोगा के कबाड़िया बाजार में स्थित एक टायर की दुकान में गुरुवार दोपहर करीब 12 बजे शॉर्ट सर्किट के कारण भीषण आग लगी। आग लगते ही इलाके में अफरा तफरी मच गई। सूचना मिलते ही फायर ब्रिगेड की 12 गाड़ियां मौके पर पहुंची और कड़ी मशक्कत के बाद आग पर काबू पाया। इस हादसे में कोई जानी नुकसान नहीं हुआ, लेकिन दुकान में रखे टायर और अन्य सामान जलकर राख हो गई। अनुमान के अनुसार करीब 40 लाख रुपयों का नुकसान हुआ है। मोगा के मेयर बलजीत सिंह चन्नी ने बताया कि आग लगने की सूचना मिलते ही फायर ब्रिगेड की टीमें मौके पर पहुंची और बड़ी मशक्कत के बाद आग पर काबू पाया। मोगा फायर ब्रिगेड की टीम ने कड़ी मेहनत की। इस हादसे में कोई जानी नुकसान नहीं हुआ, लेकिन भारी आर्थिक नुकसान हुआ है। मोगा से हलचल के लिए निशी मनचंदा की रिपोर्ट। मेरा बरिंदर सिंह ना है, बिट्टू टायर सर्विस में मालक है जी। ਬਿੱਟੂ ਜੀ ਤੁਹਾਡੀ ਦੁਕਾਨ ਨੂੰ ਜਿਹੜੀ ਅੱਗ ਲੱਗੀ ਹੈ ਕਾਰਨ ਕੀ ਰਿਹਾ? ਇਹ ਸਪਾਰਕ ਦੀ ਹੋ ਗਿਆ ਜੀ। ਤੁਹਾਨੂੰ ਕਿੱਦਾਂ ਪਤਾ? ਮੈਨੂੰ ਮੁਲਾਜ਼ਮ ਤੋਂ ਪਤਾ ਲੱਗਾ ਜੀ, ਮੈਂ ਘਰੇ ਗਿਆ ਸੀ। ਜਦੋਂ ਤੁਸੀਂ ਆਏ ਤਾਂ ਕੀ ਦੇਖਿਆ ਜੀ? ਅੱਗ ਬਹੁਤ ਜ਼ਿਆਦਾ ਵੱਧ ਗਈ ਸੀ, ਉਦੋਂ ਹੀ ਫਾਇਰ ਬ੍ਰਿਗੇਡ ਆ ਗਈ ਜੀ। ਬਸ ਕਿੰਨਾ ਕੁ ਨੁਕਸਾਨ ਹੋ ਗਿਆ? 40 ਲੱਖ ਰੁਪਏ ਦਾ ਨੁਕਸਾਨ ਹੈ। ਟਾਇਰ ਪੁਰਾਣੇ ਨਵੇਂ ਕਿਸ ਨਵੇਂ ਟਾਇਰਾਂ ਵਾਲੀ ਸਾਰੀ ਕੋਈ ਇੰਸ਼ੋਰੈਂਸ ਵਗੈਰਾ ਵੀ ਨਹੀਂ ਵੀ ਕੋਈ ਨਹੀਂ। ਕਾਹਦੇ ਟਾਇਰ ਕਾਹਦੇ ਸੀਗੇ ਜ਼ਿਆਦਾ? ਟਰੈਕਟਰਾਂ ਦੇ ਵੱਡੇ ਟਾਇਰ ਸੀ। ਅੱਗ ਦਾ ਪਤਾ ਨਹੀਂ ਲੱਗਾ ਕਿਸ ਤਰ੍ਹਾਂ ਨਹੀਂ ਲੱਗੀ? ਜੀ, ਅੱਗ ਦਾ ਨਹੀਂ ਪਤਾ। ਕੋਈ ਅੱਗ ਬੁਝਾਊ ਯੰਤਰ ਨਹੀਂ ਲੱਗਿਆ ਹੋਇਆ ਦੁਕਾਨ ਦੇ ਵਿੱਚ? ਨਹੀਂ ਭਾਈ, ਕੋਈ ਨਹੀਂ। ਲੱਗਦਾ ਨਹੀਂ ਆਪਾਂ ਨੂੰ ਜੇ ਅੱਗ ਬੁਝਾਊ ਯੰਤਰ ਲੱਗਿਆ ਹੁੰਦਾ ਤੇ ਹਾਦਸਾ ਜਿਹਾ ਨਾ ਵਾਪਰਦਾ। ਜੇ ਹੁੰਦਾ ਤਾਂ ਪਰਮਾਤਮਾ ਕੁਝ ਕਰਦਾ ਹੀ ਨਾ ਨਹੀਂ। ਹੁਣ ਕਿਸ ਤਰ੍ਹਾਂ, ਹੁਣ ਕੀ ਸਥਿਤੀ ਕੀ ਹੈ? ਸਥਿਤੀ ਇਹ ਸਾਰਾ ਕੁਝ ਹੀ ਸੜ ਗਿਆ ਜੀ। ਸਾਨੂੰ ਕਰੀਬ 12 ਵਜੇ ਦੇ ਕਰੀਬ ਦੁਪਹਿਰ ਜਿਹੜੀ ਸੂਚਨਾ ਮਿਲੀ ਸੀਗੀ, ਅਸੀਂ ਆਪਣੀ ਤਿੰਨੇ ਗੱਡੀਆਂ ਜਿਹੜੀਆਂ ਟਰਨ ਆਊਟ ਕਰਤੀਆਂ ਨੇ ਫਾਇਰ ਸਟੇਸ਼ਨ ਤੋਂ, ਤੇ ਆ ਕੇ ਅਸੀਂ ਦੇਖਿਆ ਇੱਥੇ ਬਿੱਟੂ ਫਾਇਰ ਸਰਵਿਸ ਜਿਹੜੇ ਟਾਇਰ ਨੇ ਇਹਨਾਂ ਨੂੰ ਦੁਕਾਨ ਨੂੰ ਅੱਗ ਲੱਗੀ ਹੋਈ ਸ਼ੋਰੂਮ ਨੂੰ। ਤੇ ਟਾਇਰ ਕਾਫੀ ਹੋਣ ਕਰਕੇ ਟਾਇਰਾਂ ਦੀ ਅੱਗ ਬਹੁਤ ਜ਼ਿਆਦਾ, ਕਿਉਂਕਿ ਹੁੰਦੀ ਜਿਹੜੀ ਰਬੜ ਦੀ ਅੱਗ ਹੁੰਦੀ ਹੈ ਬੜੀ ਭਿਆਨਕ ਹੁੰਦੀ ਹੈ। ਇਹਦਾ ਜਿਹੜਾ ਧੂੰਆਂ ਹੁੰਦਾ ਆ, ਧੂੰਆਂ ਬੜਾ ਜ਼ਿਆਦਾ ਡੇਂਜਰਸ ਹੁੰਦਾ ਹੈ। ਇੱਥੇ ਕੰਮ ਕਰਨਾ ਬਹੁਤ ਜਿਹੜਾ ਆ ਔਖਾ ਹੁੰਦਾ ਹੈ। ਫਿਰ ਵੀ ਸਾਡੇ ਫਾਇਰ ਫਾਈਟਰਾਂ ਨੇ ਟਾਈਮ 'ਤੇ ਪਹੁੰਚ ਕੇ ਵਿਦਿਨ ਮੈਨੂੰ ਲੱਗਦਾ 4 ਮਿੰਟ ਦੇ 5 ਮਿੰਟ ਦੇ ਵਿੱਚ ਗੱਡੀ ਜਿਹੜੀ ਇੱਥੇ ਲਾਤੀ ਸੀਗੀਆਂ ਸਾਰੀਆਂ ਤਿੰਨੇ ਗੱਡੀਆਂ। ਤੇ ਹੁਣ ਜਿਹੜੀ ਸਿਚੁਏਸ਼ਨ ਹੈ 2 ਘੰਟਿਆਂ 1.5-2 ਘੰਟੇ ਮਸ਼ੱਕਤ ਤੋਂ ਬਾਅਦ ਜਿਹੜੀ ਹੈ ਹੁਣ ਜਿਹੜੀ ਅਸੀਂ ਇਹਨੂੰ ਅੱਗ ਨੂੰ ਠੱਲ ਪਾਈ ਹੈ, ਅਸੀਂ ਤਕਰੀਬਨ ਕੰਟਰੋਲ ਕਰ ਲਈ ਹੈ। ਵੱਡੀ ਗੱਲ ਹੈ ਕਿ ਜਿਹੜੇ ਫਾਇਰਮੈਨ ਹੈ, ਜਿਹੜੇ ਜਿੰਨੇ ਵੀ ਇਹਨਾਂ ਨੇ ਟੀਨਾਂ ਪੱਟ ਕੇ ਬੜੀ ਮੁਸ਼ੱਕਤ ਦੇ ਨਾਲ ਆਪਣੀ ਜਾਨ ਤੇ ਖੇਡ ਕੇ ਜਿਹੜਾ ਅੱਗ ਤੇ ਕਾਬੂ ਪਾਇਆ। ਦੇਖੋ, ਹਮੇਸ਼ਾ ਇੱਕ ਫਾਇਰ ਫਾਈਟਰ ਦੀ ਜ਼ਿੰਦਗੀ ਇੱਥੋਂ ਸ਼ੁਰੂ ਹੁੰਦੀ ਹੈ ਜੀ। ਇਹ ਬੜੀ ਸੰਘਰਸ਼ ਵਾਲੀ ਜ਼ਿੰਦਗੀ ਹੈ ਤੇ ਇਹ ਜਿਹੜੀ ਇਹ ਵੀ ਹਮੇਸ਼ਾ ਜਿਹੜੀ ਕੋਈ ਵੀ ਛੋਟੀ ਮੋਟੀ ਅੱਗ ਸਾਡੇ ਵਾਸਤੇ ਇਕੁਅਲ ਹੁੰਦੀ ਹੈ, ਕਿਉਂਕਿ ਅਸੀਂ ਟਾਈਮ 'ਤੇ ਪਹੁੰਚਣਾ ਹੁੰਦਾ।
ਅਸੀਂ 1-2 ਮਿੰਟ ਦੇ ਵਿੱਚ ਜੇ ਆਪਣੀ ਪੋਜੀਸ਼ਨ ਜਾਂ ਸਥਿਤੀ ਜਿਹੜੀ ਸੰਭਾਲ ਲੈਂਦੇ ਆ ਤਾਂ ਉਹ ਸਾਨੂੰ ਸੌਖਾ ਰਹਿੰਦਾ ਹੈ। ਤਾਂ ਨਹੀਂ ਤਾਂ ਸਾਨੂੰ ਉਹਨੂੰ ਅੱਗ ਨੂੰ ਬੁਝਾਉਣ 'ਚ ਬਹੁਤ ਟਾਈਮ ਲੱਗ ਜਾਂਦਾ, ਬਹੁਤ ਵੱਡੀ ਅੱਗ ਦੇ ਵਿੱਚ ਤਬਦੀਲ ਹੋ ਜਾਂਦੀ ਹੈ ਅੱਗ। ਤੁਹਾਡਾ ਭਰਾ ਤਾਂ ਹਮੇਸ਼ਾ ਹੀ ਆਪਣੀ ਤਨਦੇਹੀ ਨਾਲ ਜਿੱਥੇ ਡਿਊਟੀ ਕਰਦੇ ਆ ਉੱਥੇ 24 ਘੰਟੇ ਮੋਗੇ ਸ਼ਹਿਰ ਦੀ ਸੰਗਤ ਨੂੰ ਹਮੇਸ਼ਾ ਹੀ ਸੇਵਾ ਨੂੰ ਸਮਰਪਿਤ। ਅੱਜ ਨਗਰ ਨਿਗਮ ਮੋਗਾ ਜਿਹੜੇ ਕਿ ਫਾਇਰ ਸਟੇਸ਼ਨ ਦੇ ਸਾਡੇ ਮੁਲਾਜ਼ਮ ਆ, ਐਮਰਜੈਂਸੀ ਕਾਲ ਆਈ ਸੀ ਮੈਨੂੰ, ਤੇ ਨਾਲ ਦੀ ਨਾਲ ਫਾਇਰ ਬ੍ਰਿਗੇਡ ਦੇ ਮੁਲਾਜ਼ਮ ਸਾਡੇ ਅਫਸਰ ਇੱਥੇ ਜਿਹੜੇ ਕਿ ਕਵਾੜੀਆ ਬਾਜ਼ਾਰ ਦੇ ਵਿੱਚ ਇੱਕ ਟਾਇਰਾਂ ਦੀ ਦੁਕਾਨ ਨੂੰ ਬਹੁਤ ਭਿਆਨਕ ਰੂਪ ਦੀ ਅੱਗ ਲੱਗੀ ਸੀ, ਉਸ ਨੂੰ ਕੰਟਰੋਲ ਜਿਹੜਾ ਕਿ ਹੁਣ ਅਸੀਂ ਕਰ ਚੁੱਕਿਆ ਵਾ। ਕਿਉਂਕਿ ਇਹ ਸਾਰੇ ਭਰਾਵਾਂ ਦੇ, ਕਿਉਂਕਿ ਜਿੱਥੇ ਫਾਇਰ ਬ੍ਰਿਗੇਡ ਦੇ ਸਾਡੇ ਮੁਲਾਜ਼ਮ ਅਫਸਰ ਸਾਹਿਬ ਤੇ ਜਿੰਨੇ ਕਿ ਬਿਜਲੀ ਡਿਪਾਰਟਮੈਂਟ ਦੇ ਆਫੀਸਰ ਸਾਹਿਬਾਨ ਨਾਲ ਦੀ ਨਾਲ ਉਹਨਾਂ ਨਾਲ ਫੋਨ ਤੇ ਤਾਲਮੇਲ ਕਰਕੇ ਬਿਜਲੀ ਜਿਹੜੀ ਕਿ ਪ੍ਰੋਪਰ ਤਰੀਕੇ ਨਾਲ ਬੰਦ ਕਰਵਾਈ, ਤੇ ਉੱਥੇ ਹੀ ਜਿਹੜੇ ਕਿ ਮੋਗਾ ਸ਼ਹਿਰ ਦਾ ਪੁਲਿਸ ਪ੍ਰਸ਼ਾਸਨ ਆ ਉਹਨਾਂ ਨੇ ਵੀ ਬਹੁਤ ਵੱਡਾ ਸਹਿਯੋਗ ਕੀਤਾ ਵਾ। ਕਿਉਂਕਿ ਸਾਰਿਆਂ ਹੀ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਕਿ ਅੱਗ ਦੇ ਕਾਬੂ ਪਾ ਲਿਆ, ਜਾਨੀ ਮਾਨੀ ਨੁਕਸਾਨ ਤੋਂ ਬਚਤ ਆ। ਇਹੀ ਅਰਦਾਸ ਹੁੰਦੀ ਸੱਚੇ ਪਾਤਸ਼ਾਹ, ਕਿਉਂਕਿ ਨੁਕਸਾਨ ਹੁੰਦੇ ਆ ਚਲੋ ਨਾ ਭੁੱਲਣਯੋਗ ਜ਼ਰੂਰ ਹੁੰਦੇ ਆ, ਪਰ ਜੇ ਨੁਕਸਾਨ ਇੱਕ ਜ਼ਿੰਦਗੀ ਬਚ ਜਾਵੇ ਤਾਂ ਜ਼ਿੰਦਗੀ ਨਹੀਂ ਦੁਬਾਰਾ ਮਿਲਣੀ ਤੇ ਆਪਾਂ ਮਕਾਮ ਤਾਂ ਦੁਬਾਰਾ ਖੜੇ ਕੀਤੇ ਜਾਂਦੇ ਨੇ। ਪਰ ਸੰਘਰਸ਼ ਬਹੁਤ ਵੱਡਾ ਹੋ ਜਾਂਦਾ ਜਿਹੜਾ ਕਿ ਅੱਜ ਇਹਨਾਂ ਭਰਾਵਾਂ ਨੂੰ ਜਿਹੜਾ ਕਿ ਟਾਇਰਾਂ ਨੂੰ ਅੱਗ ਲੱਗੀ ਆ, ਕਿਉਂਕਿ ਬਹੁਤ ਵੱਡੀ ਮਾਤਰਾ ਦੇ ਵਿੱਚ ਜਾਂ ਕੋਈ ਬਹੁਤ ਵੱਡੀ ਕੋਠ ਦੇ ਵਿੱਚ ਇਹ ਨੁਕਸਾਨ ਹੋਇਆ। ਅਸੀਂ ਸਰ ਇੱਥੋਂ ਆਪਣੀ ਡਿਊਟੀ ਦੌਰਾਨ ਜਾ ਰਹੇ ਸੀਗੇ, ਸਾਨੂੰ ਪਤਾ ਲੱਗਿਆ ਕੁਆਰ ਬਾਜ਼ਾਰ ਦੇ ਵਿੱਚ ਅੱਗ ਲੱਗੀ ਆ ਸਰ। ਅਸੀਂ ਜਲਦੀ ਪਹਿਲਾਂ PCR ਤੇ ਫੋਨ ਕੀਤਾ, ਫਿਰ ਸਰ ਫਾਇਰ ਬ੍ਰਿਗੇਡ ਨੂੰ ਕੀਤਾ ਜੀ, ਸਿਟੀ 1 ਐਸਓ ਨੂੰ ਕੀਤਾ ਸਰ, ਸੀਨੀਅਰ ਅਫਸਰਾਂ ਨੇ ਧਿਆਨ 'ਚ ਲਿਆਂਦਾ ਸਰ, ਤੇ ਮੌਕੇ ਤੇ ਫਾਇਰ ਬ੍ਰਿਗੇਡ ਤੇ ਸਰ ਉਹਨਾਂ ਦੇ ਨਗਰ ਨਿਗਮ ਦੇ ਕਰਮਚਾਰੀ ਆ ਗਏ ਸਰ, ਤੇ ਅੱਗ ਬੁਝਾਉਣ ਨੂੰ ਸਰ ਥੋੜਾ ਅੱਗ ਜ਼ਿਆਦਾ ਸੀਗੀ, ਟਾਈਮ ਲੱਗ ਗਿਆ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸਰ। ਅੱਗ ਲੱਗਣ ਦੇ ਕਾਰਨ ਵੀ ਸਰ ਕੋਈ ਨਹੀਂ ਪਤਾ ਲੱਗ ਸਕਿਆ, ਪਰ ਸਾਰੇ ਮੁਲਾਜ਼ਮਾਂ ਦੇ ਸਾਥ ਦੇ ਕੇ ट्रैफिक बंद करता, बाजार खाली कराता जी, ਤੇ ਅੱਗ ਤੇ काबू पा लिया गया। मौसम की मार झेल रहे जम्मू कश्मीर में अब बारिश की तेजी में कुछ कमी दर्ज की गई है। मौसम विभाग ने अपना अलर्ट भी रेड से कम कर येलो कर दिया है। जम्मू कश्मीर में लगातार जारी भारी बारिश के कारण जनजीवन पर बुरा प्रभाव पड़ा है। इसी बीच उत्तर रेलवे ने बारिश से हुई तबाही को देखते हुए बुधवार को जम्मू और कटरा स्टेशनों से आने जाने वाली कई ट्रेनों को रद्द कर दिया और कई ट्रेनों को अलग अलग स्टेशनों पर बीच में ही रोक दिया गया था। तो वहीं गुरुवार को फंसे हुए पर्यटकों को निकालने के लिए उत्तर रेलवे ने जम्मू कश्मीर से दिल्ली के लिए एक विशेष अनारक्षित ट्रेन चलाई है। रेलवे अधिकारियों ने यात्रियों की सुविधा सुनिश्चित करने के लिए कई अनुरोधों के बाद ये कदम उठाया है। यात्री विभिन्न रेलवे स्टेशनों खासकर जम्मू पर रेल यातायात बहाल होने का इंतजार कर रहे हैं। 4-5 दिन से हम यहाँ हम लोग 4 दिन से हम लोग यहाँ पे होटल वाले परेशान कर डाले हैं सब लोग रहना। कैसे शुक्रिया कैसे करेंगे रेलवे स्टेशन का जो स्पेशल रेलवे प्रशासन के लिए हम शुक्रिया अदा करते हैं कि उन्होंने स्पेशल ट्रेनें चलाई। हम लोग अपने घर जा रहे हैं और यहाँ पर मैं सिम लिया और नेटवर्क भी नहीं काम कर रहा, घर में सब लोग परेशान है और कोई मतलब कम्युनिकेशन का कोई सुविधा नहीं है। कितने लोग आए थे और 11 लोग आए थे। रेलवे का किस तरह शुक्रिया करेंगे, स्पेशल ट्रेनें चलाई गई आप लोगों के लिए? हम लोग और माननीय और इस सरकार जम्मू प्रशासन का हम लोग शुक्रिया अदा करते हैं कि हम लोग अपने घर सकुशल जा रहे हैं। कितने लोग आए थे और कहाँ पे गए थे? 11 लोग आए थे हम लोग और गोरखपुर से आए थे, यहाँ आए, यहाँ से कोई सुविधा नहीं, अब कटरा तक गए, कटरा से वापस आ रहे हैं। ट्रेन चलाई गई है, वापस घर को जाएंगे? हाँ, घर पे जाएंगे। किस तरह से शुक्रिया करेंगे रेलवे विभाग? अपने हृदय से शुक्रिया कर रहे हैं। क्या नाम है भैया आपका? दिव्यांशु अग्रहरी, दिव्यांश कहाँ पे आए? गोरखपुर से। गोरखपुर से वापस जा रहे हैं, कितने दिन रहे? मौसम खराब था। 4 दिन से थे, एकदम पूरा मुश्किल हो गया सर रहना। होटल भी नहीं, ज्यादा मैनेजमेंट सही था यहाँ का, खाना भी नहीं सही था, सब परेशान थे, एकदम फैमिली थे पूरा। ये बच्चा है, बच्चे रेलवे के द्वारा जो कदम उठाया गया, स्पेशल ट्रेनें चलाई गई, किस तरह से शुक्रिया करते हैं? रेलवे का बहुत शुक्रिया अदा होगा रेलवे का। अपने क्या नाम है? प्रांजल अग्रहरी। कहाँ से आए हो? समरधीला, गोरखपुर गोरखपुर से। कितने लोग आए थे? 11। यार आप जा रहे हैं वापस? बिना दर्शन के वापस जा रहे हैं। दर्शन आप जा रहे हैं। मौसम खराब है, भूस्खलन हुआ है, बहुत मौसम खराब है। रेलवे का शुक्रिया करेंगे? हाँ रेलवे का शुक्रिया करेंगे? हाँ ट्रेन चला दी। हाँ, रेलवे चलाई, ट्रेन चलाई, हम लोग सुरक्षित घर पहुंचा। पंजाब में बारिश के कारण 7 जिले और 150 से अधिक गांव बाढ़ की चपेट में हैं। रावी, ब्यास और सतलुज नदी का जल स्तर बढ़ा हुआ है। राज्य में 30 अगस्त तक सभी स्कूल बंद हैं। राज्य के अचनाला में रेस्क्यू ऑपरेशन की जिम्मेदारी सेना ने संभाल ली है। इस दौरान एम्फीबियस गाड़ियों से लोगों को निकाला जा रहा है। इनकी विशेषता ये है कि ये जमीन और पानी दोनों पर चलने में सक्षम है।
फाजिल्का के नज़दीक सतलुज दरिया पर बना कांवा वाली पत्तन का पुल बाढ़ के पानी से ओवरफ्लो हो गया। ये पुल इलाके के लगभग 20 गांवों के लिए जीवन रेखा माना जाता है, क्योंकि इन गांवों को जाने का रास्ता इसी पुल के माध्यम से होकर गुजरता है और ये बाढ़ प्रभावित गांव इस पुल को पार करने के बाद ही शुरू होते हैं। लेकिन अब सतलुज दरिया का पानी पुल के ऊपर से बहना शुरू हो गया है, जिस कारण लोगों में दहशत का माहौल है। तो वहीं राहत टीमों की ओर से कार्य तेजी से चलाए जा रहे हैं, लेकिन पानी के बढ़ते हुए स्तर ने चिंता और बढ़ा दी है, क्योंकि इस बाढ़ से प्रभावित लोग अपनी फसलों और घरों की सुरक्षा को लेकर चिंतित दिखाई दे रहे हैं। तो वहीं प्रशासन का कहना है कि बाढ़ पीड़ितों को बचाने के लिए हर संभव प्रयत्न किए जा रहे हैं, लेकिन हालत गंभीर बनी हुई है। मोगा के एक निजी नर्सिंग होम में तैनात मेल नर्सिंग स्टाफ सदस्य के साथ निजी अस्पताल में दाखिल मरीज के परिजनों ने जमकर मारपीट की, जिससे स्टाफ सदस्य के सर पर काफ़ी गहरी चोट लगी और सर पर 17 टांके लगे। वहीं लड़ाई की सारी वीडियो सीसीटीवी में कैद हो गई। वहीं मोगा के सरकारी अस्पताल में दाखिल रवि कुमार ने बताया कि वह एक निजी अस्पताल में बतौर मेल नर्सिंग स्टाफ का काम करता है और उसकी वार्ड में ड्यूटी थी। उसने बताया कि अस्पताल में मरीज इलाज के लिए दाखिल था और मरीज के कुछ साथी बाहर बैठे थे। उसने उन्हें वहां बैठने से रोका तो वे कुछ समय बाद उसके पास आकर मारपीट करने लगे। वहीं पीड़ित ने बताया कि उसके सर पर उन्होंने कड़े से कई वार किए और उसे बुरी तरह से घायल कर दिया और उसके सर पर 17 टांके लगे। पीड़ित ने बताया कि उसने पुलिस को इसकी रिपोर्ट दे दी है, वह अभी उसके बयान नहीं लेने आए। वहीं मोगा के सरकारी अस्पताल के एसएमओ डॉक्टर गगनदीप ने बताया कि रवि कुमार, जो कि निजी अस्पताल में नर्सिंग स्टाफ है और उसका किसी मरीज के साथ झगड़ा हो गया, उन्होंने उसका इलाज शुरू कर दिया है और अभी वह खतरे से बाहर है। वहीं उन्होंने बताया कि उन्होंने उसकी एमएलआर संबंधित पुलिस स्टेशन को भेज दी है। मोगा से हलचल के लिए निशी मनचंदा की रिपोर्ट। रवि कुमार ਤੁਹਾਡੀ ਇੱਕ ਸੀਸੀਟੀਵੀ ਵੀਡੀਓ ਵਾਇਰਲ ਹੋ ਰਹੀ ਹੈ। ਹਾਂਜੀ, ਇਹਦੇ ਤੁਹਾਡਾ ਕੁੱਟਮਾਰ ਕੀਤੀ ਜਾ ਰਹੀ, ਕੀ ਹੈ ਸਾਰਾ ਮਾਮਲਾ? ਸਰ ਮੈਂ ਉੱਥੇ ਸਟਾਫ ਨਰਸ ਦੀ ਨਾਲ ਜੌਬ ਕਰਦਾ ਵਾਂ ਮੈਡੀਸਿਟੀ ਹਸਪੀਟਲ 'ਚ, ਜਿਹੜੇ ਬਾਹਰ ਬਰਨਾਲਾ ਰੋਡ ਤੇ ਆ। ਤੇ ਉੱਥੇ ਕੋਈ ਇੱਕ ਪੇਸ਼ੈਂਟ ਸੀਗਾ ਤੇ ਮੈਨੂੰ ਹਨਾ ਜਿਵੇਂ ਪੇਸ਼ੈਂਟ ਮਿਲੇ ਹੁੰਦੇ ਆ ਤੇ ਉਹ ਪੇਸ਼ੈਂਟ ਨਾ ਰੂਮ ਦੇ ਬਾਹਰ ਆ ਕੇ ਮਤਲਬ ਗੇੜੇ ਗੂੜੇ ਕੱਢਦਾ ਰਹਿੰਦਾ ਵਾ ਪਹਿਲਾਂ ਵੀ। ਤੇ ਉਹਦੇ ਨਾਲ ਮਤਲਬ ਕਿ 12 ਵਜੇ ਦਾ ਟਾਈਮ ਸੀਗਾ ਤੇ ਸਰ ਦਾ ਰਾਊਂਡ ਸੀਗਾ ਡਾਕਟਰ ਸਾਹਿਬ ਦਾ। ਤੇ ਮੈਂ ਉਹਨੂੰ ਐਂ ਕਿਹਾ ਕਿ ਉਹ ਨਾ ਬਾਹਰ ਚੇਅਰ 'ਤੇ ਬੈਠਾ ਸੀਗਾ, ਮੈਂ ਕਿਹਾ ਤੁਸੀਂ ਨਾ ਅੰਦਰ ਚੱਲ ਜਾਓ ਕਿ ਡਾਕਟਰ ਸਾਹਿਬ ਦਾ ਰਾਊਂਡ ਆ। ਤੇ ਐਂ ਕਰਕੇ ਹੈ ਨਾ ਮੈਂ ਉਹਨੂੰ ਬਸ ਇੰਨਾ ਕਿਹਾ ਤੇ ਉਹ ਕਿਤੇ ਮੈਂ ਜਦੋਂ ਕਹਿ ਕੇ ਜਾਣ ਲੱਗਾ ਕਿ ਤੁਸੀਂ ਬਈ ਆਪਦੇ ਰੂਮ 'ਚ ਚੱਲ ਜਾਓ, ਸਾਨੂੰ ਡਾਕਟਰ ਸਾਹਿਬ ਬੋਲਣਗੇ। ਤੇ ਅੱਗੋਂ ਮੈਨੂੰ ਉਹਨੇ ਗਾਲਾਂ ਗੂਲਾਂ ਕੱਢੀਆਂ ਤੇ ਹੈ ਨਾ ਮੈਨੂੰ ਹੋਰ ਵੀ ਕੁਝ ਕਹਿਦਾ, ਕਹਿੰਦੇ ਕਿ ਇਹ ਚਾਵਲ ਜਿਹਾ ਬੋਲਦਾ। ਮੈਂ ਉਹਨੂੰ ਬਸ ਇੰਨਾ ਕਿਹਾ ਕਿ ਵੀਰੇ ਥੋੜ੍ਹਾ ਹੈ ਨਾ ਕਿ ਸਹੀ ਤਰ੍ਹਾਂ ਬੋਲ ਲਓ, ਮੈਂ ਤੁਹਾਨੂੰ ਕੁਛ ਐਡਾ ਮਾੜੀ ਚੰਗੀ ਨਹੀਂ ਕਹੀਗੀ। ਤੇ ਬਸ ਇੰਨੀ ਕੀ ਗੱਲ ਪਿੱਛੇ ਹੈ ਨਾ ਕਹਿੰਦਾ ਕਿ ਤੂੰ ਫੇਰ ਕੀ ਕਰ ਲੇਗਾ। ਤੇ ਐਂ ਬਹਿਸਬਾਜੀ ਜੀ ਹੋਣ ਤੋਂ ਬਾਅਦ ਫਿਰ ਉਹ ਆਪਦੇ ਕਮਰੇ 'ਚ ਚਲਾ ਗਿਆ। ਇਹ 12 ਵਜੇ ਦੀ ਗੱਲ ਸੀਗੀ। ਫਿਰ 1:30 ਵਜੇ ਨੂੰ ਮਤਲਬ ਕਿ ਐਂ ਸੀਗਾ ਕਿ ਮੈਂ ਨਾ ਆਪਦੀ ਇੰਚਾਰਜ ਕੋਲੇ ਖੜਾ ਸੀਗਾ ਉੱਥੇ ਕਾਊਂਟਰ 'ਤੇ, ਜਿੱਥੇ ਸਾਡਾ ਨਰਸਿੰਗ ਸਟੇਸ਼ਨ ਹੁੰਦਾ ਵਾ। ਅਤੇ ਮੇਰੀ ਮਤਲਬ ਕਿ ਮੂੰਹ ਉੱਧਰ ਬੈਕ ਕੀਤੀ ਹੋਈ ਸੀ ਉੱਧਰ ਪਾਸੇ, ਅਤੇ ਮੈਂ ਆਪਦੇ ਇੱਧਰ ਸਾਹਮਣੇ ਮੈਡਮ ਨਾਲ ਗੱਲ ਕਰੀ ਜਾਂਦਾ ਸੀਗਾ। ਅਤੇ ਮੈਡਮ ਨਾਲ ਗੱਲ ਕਰਦੇ ਕਰਦੇ ਬਸ ਇੰਨੇ 'ਚ ਉਹ ਮਗਰੋਂ ਆਇਆ ਅਤੇ ਐਂ ਮੇਰੇ ਕੜੇ ਕੁੜੇ ਮਾਰਨ ਲੱਗ ਗਿਆ। ਇਹ ਸੀਨ ਸੀਗਾ ਜੀ। ਉਹਨੇ ਕੜੇ ਮਾਰੇ, ਉਹਦੇ ਸ਼ਾਇਦ ਹੱਥ 'ਤੇ ਵੀ ਕੁਛ ਪਾਇਆ ਹੋਇਆ ਸੀਗਾ, ਉਂਗਲਾਂ 'ਚ ਪੰਚ ਟਾਈਪ ਕੁਛ ਇੱਦਾਂ ਦਾ। ਹਾਂਜੀ। ਅਤੇ ਹੋਰ ਕੋਈ ਗੱਲਬਾਤ ਨਹੀਂ, ਕੋਈ ਪੁਰਾਣੀ? ਨਹੀਂ ਕੋਈ ਨਹੀਂ। ਮੈਂ ਤਾਂ ਸਰ ਉੱਥੇ ਜੋਬ ਕਰਦਾ ਨਾ, ਮੈਂ ਤਾਂ ਈਵਨ ਕਿ ਉਹਦਾ ਨਾਮ ਪਤਾ ਵੀ ਨਹੀਂ ਐ ਜਾਣਦਾ ਸੀਗਾ ਕਿ ਕੀ ਹੈ ਕੀ ਨਹੀਂ। ਹਸਪੀਟਲ 'ਚ ਤੁਸੀਂ ਜੋਬ ਕਰਦੇ ਹੋ, ਉਹਨਾਂ ਦੇ ਮੈਨੇਜਮੈਂਟ ਵੱਲੋਂ ਕੀ ਕਾਰਵਾਈ ਕੀਤੀ ਗਈ? ਉਹਨਾਂ ਵੱਲੋਂ ਸਰ ਹਲੇ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਨੇ ਤਾਂ ਬਸ ਜਿਹੜਾ ਪੇਸ਼ੈਂਟ ਸੀਗਾ ਉਹਨੂੰ ਡਿਸਚਾਰਜ ਕਰਤਾ ਉੱਥੋਂ। ਉਹਨਾਂ ਨੂੰ ਤੁਸੀਂ ਦੱਸਿਆ ਸੀਗਾ? ਹਾਂਜੀ, ਉਹਨਾਂ ਨੂੰ ਸਾਰਾ ਗੱਲ ਪਤਾ ਵਾ। ਸਾਰੇ ਉੱਥੇ ਜਿਹੜੇ ਇੰਚਾਰਜ ਸੀਗੇ, ਮੇਰੇ ਇੰਚਾਰਜ ਨੇ ਵੀ ਮੈਨੇਜਮੈਂਟ ਨੂੰ ਸਾਰਾ ਕੁਝ ਦੱਸਿਆ ਸੀਗਾ, ਜਿਹੜੀ ਗੱਲਬਾਤ ਉੱਥੇ ਹੋਈ ਆ। ਕਿ ਹਾਂ ਉਹਨਾਂ ਨੇ ਵੀ ਕਿਹਾ ਕਿ ਇੰਚਾਰਜ ਅਤੇ ਸਾਡਾ ਪੂਰਾ ਮਤਲਬ ਬੋਰਡ ਦਾ ਸਟਾਫ ਕਹਿ ਰਿਹਾ ਸੀਗਾ ਕਿ ਸਾਰੇ ਉੱਥੇ ਮਤਲਬ ਕਿ ਐਂ ਤੁਰੇ ਫਿਰਦੇ ਸੀਗੇ। ਸਾਰਿਆਂ ਨੇ ਵੇਖਿਆ ਕਿ ਕੋਈ ਗਲਤੀ ਨਹੀਂ ਸੀਗੀ। ਮੈਂ ਤਾਂ ਹੈ ਨਾ ਆਪਦਾ ਬਸ ਮੇਰੇ ਹੱਥ 'ਚ ਫਾਈਲਾਂ ਫੜੀਆਂ ਹੈਗੀਆਂ, ਉੱਥੇ ਜਿਵੇਂ ਕੈਮਰੇ ਵੀ ਲੱਗੇ ਆ। ਅਤੇ ਹੁਣ ਕੀ ਚਾਹੁੰਦੇ ਤੁਸੀਂ? ਹੁਣ ਬਸ ਆਹੀ ਚਾਹੁੰਦੇ ਕਿ ਜਿਹੜੀ ਉੱਥੇ ਦੀ ਕਾਰਵਾਈ ਕੀਤੀ ਜਾਵੇ। ਤੇ ਤੁਹਾਡੇ ਇਹ ਸੱਟ ਜਿਹੜੀ ਵੱਜੀ ਸੀ ਉੱਥੇ ਉਸ ਹਸਪੀਟਲ 'ਚ ਵੱਜੀ ਸੀਗੀ? ਹਾਂਜੀ, ਸੱਟ ਉੱਥੇ। ਤੁਸੀਂ ਆ ਸਿਵਲ 'ਚ ਕਿਵੇਂ ਆਏ ਫਿਰ? ਸਿਵਲ 'ਚ ਇੱਥੇ ਮੇਰਾ ਬ੍ਰਦਰ ਜੋਬ ਕਰਦਾ ਸੀਗਾ, ਫਿਰ ਮੈਨੂੰ ਵੀਰਾ ਇੱਥੇ ਲੈ ਆਇਆ ਸੀਗਾ ਸਿਵਲ ਹਸਪੀਟਲ 'ਚ। ਕੀ ਜੋਬ ਕਰਦੇ ਤੁਹਾਡੇ ਬ੍ਰਦਰ? ਇੱਥੇ ਉਹ ਐਸਐਮਓ ਸਰਕਲ ਡਿਊਟੀ ਹੁੰਦੀ ਆ ਉਹਨਾਂ ਦੀ। ਹਾਂਜੀ। ਹੁਣ ਕੀ ਮੈਂ ਕਹਿੰਦਾ ਕਿ ਜਿਹੜੀ ਕਾਰਵਾਈ ਬਣਦੀ ਆ ਉਹ ਉਹਦੇ 'ਤੇ ਹੋਣੀ ਚਾਹੀਦੀ ਹੈ ਜੀ। ਕੱਲ੍ਹ ਦੀ ਗੱਲ ਹੈ ਜੀ, 25/8/25 ਕੱਲ੍ਹ ਈਵਨਿੰਗ ਦੇ ਵਿੱਚ ਸਾਡੇ ਕੋਲੇ ਰਵੀ ਕੁਮਾਰ ਨਾਮ ਦਾ ਇੱਕ ਲੜਕਾ
ਐਡਮਿਟ ਹੋਇਆ, ਜਿਹਦੀ ਕਿਸੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੜਾਈ ਹੋਈ ਸੀ। ਸਾਡੇ ਕੋਲ ਉਹ ਆਏ ਆ, ਸਾਡੇ ਡਾਕਟਰ ਸਾਹਿਬ ਨੇ ਉਹਨਾਂ ਦੀ ਇਲਾਜ ਕੀਤਾ, MLR ਕੱਟੀ ਆ, ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ। ਕਿੱਦਾਂ ਕੰਡੀਸ਼ਨ ਹੈ ਜੀ ਉਹਨਾਂ ਦੀ? ਫਿਲਹਾਲ ਉਹਦੀ ਸਟੇਬਲ ਹੈ ਜੀ ਕੰਡੀਸ਼ਨ। ਜੋ ਸਟਾਫ ਜਿਹੜਾ ਉੱਥੇ ਪ੍ਰਾਈਵੇਟ ਨਰਸਿੰਗ ਹੋਮ 'ਚ ਕੰਮ ਕਰਦਾ, ਉਹ ਦੱਸਿਆ ਹੋਣਾ ਜੀ ਕੁਝ ਕੀ ਕਾਰਨ ਰਹੇ, ਕੀ ਲੜਾਈ ਹੋਈ? ਨਹੀਂ, ਸਾਡੇ ਡਾਕਟਰ ਜ਼ਿਆਦਾ ਇਸ ਚੀਜ਼ ਬਾਰੇ, ਉਹਦੀ ਹਾਲਤ ਬਾਰੇ ਜ਼ਰੂਰ ਪੁੱਛਦੇ ਹੈਗੇ, ਪਰ ਇਹਦੇ ਬਾਰੇ ਜ਼ਿਆਦਾ ਇਨਕੁਆਇਰੀ ਨਹੀਂ ਕਰਦੇ। ਉਹ ਪੁਲਿਸ ਨੂੰ ਦੇਖੇਗੀ, ਅੱਗੇ ਬਿਆਨ ਲਓ। ਤੇ MLR ਕਰਤੀ? ਹਾਂਜੀ, MLR ਹੋ ਗਈ ਹੈ, ਪੁਲਿਸ ਨੂੰ ਇਨਫੋਰਮ ਕਰ ਦਿੱਤਾ गया। पंजाब सरकार द्वारा चलाई जा रही मुहिम युद्ध नशे के विरुद्ध के तहत बठिंडा के थाना कैनाल की पुलिस ने नशा तस्करी करने वाले एक व्यक्ति को काबू किया है। इस संबंध में जानकारी देते हुए SP सिटी बठिंडा नरेंद्र सिंह ने कहा कि पकड़े गए आरोपी के पास से 505 ग्राम चिट्टा बरामद किया गया है। फिलहाल आरोपी पर मामला दर्ज कर उसे माननीय अदालत में पेश कर रिमांड पर लिया जाएगा, ताकि आरोपी से गहनता से पूछताछ की जा सके, जिससे और भी खुलासे होने की संभावना है। मानयोग SSP साहब बठिंडा की अगवाई ਦੇ ਵਿੱਚ ਕੱਲ ਬਠਿੰਡਾ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਸੀਗੀ। ਉਸ ਦੇ ਵਿੱਚ ਸਾਡਾ ਕਨਾਲ ਕਲੋਨੀ ਥਾਣੇ ਦੇ ਵਿੱਚ ਜੋ ਨਾਕਾ ਲਗਾਇਆ ਗਿਆ ਸੀਗਾ, ਜੋ SHO ਹਰਜੀਵਨ ਸਿੰਘ ਜੀ ਵੱਲੋਂ ਲਗਾਇਆ ਗਿਆ ਸੀਗਾ, ਉਹਨਾਂ ਦੇ ਨਾਕੇ ਦੇ ਉੱਪਰ ਇੱਕ ਬੰਦਾ ਸਕੂਟੀ ਦੇ ਉੱਪਰ ਰਾਹੁਲ ਨਾਮ ਦਾ ਵਿਅਕਤੀ ਸੀਗਾ, ਉਸ ਨੂੰ ਇੰਟਰਸੈਪਟ ਕੀਤਾ। ਇੰਟਰਸੈਪਟ ਕਰਨ ਤੇ DSP ਸਿਟੀ 1 ਸ਼੍ਰੀ ਸੰਦੀਪ ਭਾਟੀ ਜੀ ਦੀ ਅਗਵਾਈ ਦੇ ਵਿੱਚ ਉਹਦੀ ਜਿਹੜੀ ਸਰਚ ਕਰਨ ਦੇ ਉਹਦੇ ਕੋਲੋਂ 505 ਗ੍ਰਾਮ ਹੈਰੋਇਨ ਦੀ ਪੋਜੀਸ਼ਨ ਦੇ ਵਿੱਚੋਂ ਬਰਾਮਦ ਹੋਈ। ਹੈਰੋਇਨ ਬਰਾਮਦ ਹੋਣ ਤੇ ਅਸੀਂ ਮੁਕੱਦਮਾ ਨੰਬਰ 212 ਅੰਡਰ ਸੈਕਸ਼ਨ 21C NDPS ਐਕਟ ਥਾਣਾ ਕਨਾਲ ਕਲੋਨੀ ਦਰਜ ਰਜਿਸਟਰ ਕੀਤਾ। ਮੁਕੱਦਮਾ ਦਰਜ ਕਰਨ ਤੋਂ ਬਾਅਦ ਜਿਹੜੀ ਮੁਕੱਦਮਾ ਦੀ ਮੁੱਢਲੀ ਜਿਹੜੀ ਤਫਤੀਸ਼ ਕੀਤੀ ਗਈ, ਮੁੱਢਲੀ ਤਫਤੀਸ਼ ਦੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਕਿ ਇਹ ਰਾਹੁਲ ਨਾਮ ਦਾ ਵਿਅਕਤੀ ਜਨਤਾ ਨਗਰ ਦਾ ਰਹਿਣ ਵਾਲਾ ਹੈ। ਤਾਂ ਇਸ ਦਾ ਇੱਕ ਇਸ਼ੂ ਨਾਮ ਦਾ ਵਿਅਕਤੀ ਹੈ ਜੋ ਕਿ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਹੈ, ਜੋ ਕਿ ਬੇਸਿਕਲੀ ਜਨਤਾ ਨਗਰ ਦਾ ਹੀ ਰਹਿਣ ਵਾਲਾ ਹੈ। ਉਸ ਦੇ ਨਾਲ ਇਹਦੇ ਪੁਰਾਣੇ ਸੰਬੰਧ ਸੀਗੇ ਤੇ ਉਸਨੇ ਇਸ ਨਾਲ ਗੱਲ ਕਰਕੇ ਕੱਲ ਇਸ ਨੂੰ ਹੈਰੋਇਨ ਦੀ ਸਪਲਾਈ ਦਿੱਤੀ ਸੀਗੀ। ਤੇ ਇਹ ਜਿਹੜੀ ਹੈਰੋਇਨ ਹੈ ਇਹ ਅੱਗੇ ਸੰਤਪੁਰਾ ਰੋਡ ਦੇ ਉੱਪਰ ਜਿਹੜੀ ਰੇਲਵੇ ਟਰੈਕਸ ਹੈਗੇ ਆ, ਉਹਦੇ ਛੋਟੀ ਮਾਤਰਾ ਦੇ ਵਿੱਚ ਜਿਹੜੇ ਹੈਗੇ ਆ ਅੱਗੇ ਵੇਚਦਾ ਲੋਕਾਂ ਨੂੰ। ਤੇ ਸਾਨੂੰ ਪਹਿਲਾਂ ਵੀ ਕਾਫੀ ਕੰਪਲੇਂਟ ਸੀ ਕਿ ਸੰਤਪੁਰਾ ਰੋਡ ਜਿਹੜਾ ਹੈਗਾ ਹੌਟਸਪੌਟ ਲਾਇਆ ਗਿਆ ਤੇ ਇਹਦੇ ਵਿੱਚ ਇਹਦੇ ਕੋਲੋਂ ਰਾਹੁਲ ਦੇ ਕੋਲੋਂ ਬਰਾਮਦਗੀ ਹੋਣ ਤੇ ਸੰਤਪੁਰਾ ਰੋਡ ਦੇ ਉੱਪਰ ਜੋ ਨਸ਼ੇ ਦੀ ਪ੍ਰੋਬਲਮ ਸਾਨੂੰ ਅਸੀਂ ਫੇਸ ਕਰ ਰਹੇ ਹਾਂ ਜਾਂ ਕੰਪਲੇਂਟਸ ਆ ਰਹੀਆਂ ਨੇ, ਉਸ ਨੂੰ ਕਾਫੀ ਠੱਲ ਪਏਗੀ। ਸਰ ਜੇ ਗੱਲ ਕਰੀਏ ਇਸ਼ੂ ਦੇ ਸੰਪਰਕ 'ਚ ਕਿਵੇਂ ਆਇਆ ਹੈ? ਇਹ ਬੇਸਿਕਲੀ ਦੋਵੇਂ ਜਿਹੜੇ ਬੰਦੇ ਨੇ ਜਨਤਾ ਨਗਰ ਦੇ ਰਹਿਣ ਵਾਲੇ ਨੇ, ਪੁਰਾਣਾ ਜਿਹੜਾ ਹੈਗਾ ਉਹਦੇ ਕੰਟੈਕਟ ਦੇ ਵਿੱਚ ਸੀਗਾ ਤੇ ਇਹ ਉਸ ਦੇ ਉੱਪਰ ਪਹਿਲਾਂ ਤੋਂ 5 ਮੁਕੱਦਮੇ NDPS ਦੇ ਦਰਜ ਨੇ, ਜਿਸ ਦੇ ਵਿੱਚ ਇੱਕ ਮੁਕੱਦਮੇ ਦੇ ਵਿੱਚ ਉਸ ਨੂੰ 10 ਸਾਲ ਦੀ ਸਜ਼ਾ ਹੋਈ ਹੈ ਤਾਂ ਇਸ ਟਾਈਮ ਕਪੂਰਥਲਾ ਜੇਲ੍ਹ ਦੇ ਵਿੱਚ ਆਪਣੀ ਸਜ਼ਾ ਕੱਟ ਰਿਹਾ। ਉਸ ਦੇ ਨਾਲ ਇਹ ਪੁਰਾਣਾ ਜਿਹੜਾ ਹੈਗਾ ਲੰਬੇ ਸਮੇਂ ਤੋਂ ਇਹਨਾਂ ਦੀ ਜਾਣ ਪਛਾਣ ਸੀ। ਇਹ ਵਿਅਕਤੀ ਕਿੰਨੇ ਟਾਈਮ ਤੋਂ ਨਸ਼ੇ ਵੇਚਣ ਦਾ ਜਿਹੜਾ ਕੰਮ ਕਰ ਰਿਹਾ ਸੀ? ਇਹ ਰਾਹੁਲ ਨਾਮ ਦਾ ਵਿਅਕਤੀ ਪਿਛਲੇ 4-5 ਮਹੀਨਿਆਂ ਦੇ ਉੱਪਰ ਸੰਤਪੁਰਾ ਰੋਡ ਦੇ ਉੱਪਰ ਨਸ਼ੇ ਦੀ ਸਪਲਾਈ ਦੇ ਰਿਹਾ ਸੀਗਾ। ਕਿਉਂਕਿ ਇਸ ਦੇ ਉੱਪਰ ਪਹਿਲਾਂ ਕੋਈ ਨਸ਼ੇ ਦਾ ਮੁਕੱਦਮਾ ਦਰਜ ਨਹੀਂ ਸੀਗਾ, ਇਸ ਕਰਕੇ ਜਿਹੜੀ ਇਹਦੀ ਸਕਰੀਨਿੰਗ ਜਿਹੜੀ ਹੈਗੀ ਜਨਰਲੀ ਬੰਦੇ ਦੇ ਧਿਆਨ ਦੇ ਵਿੱਚ ਨਹੀਂ ਆਉਂਦਾ ਕਿ ਯਾਰ ਇਹ ਬੰਦਾ ਨਸ਼ਾ ਕਰਦਾ ਹੋਊਗਾ। ਪਰੰਤੂ ਜਿਹੜਾ ਇਹ ਹੌਲੀ ਪਿੱਛੇ ਦੇ ਜਦੋਂ ਕੱਲ ਅਸੀਂ ਬਰਾਮਦ ਹੋਣ ਤੇ ਇਹਦੇ ਕੋਲੋਂ 5 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਫਰਦਰ ਅਸੀਂ ਜਿਹੜੀ ਹੈਗੀ ਇਹਦੇ ਇੰਟਰੋਗੇਸ਼ਨ ਕਰ ਰਹੇ ਹਾਂ ਕਿ ਇਹਦੇ ਨਾਲ ਹੋਰ ਕਿਹੜੇ ਬੰਦੇ ਜਨਤਾ ਨਗਰ ਦੇ ਰਹਿਣ ਵਾਲੇ ਸੀ ਜਿਨ੍ਹਾਂ ਨੇ ਇਹ ਸਪਲਾਈ ਕਰਦਾ ਸੀਗਾ, ਜਾਂ ਪਿੱਛੇ ਜਿਹੜਾ ਇਸ਼ੂ ਬੰਦਾ ਹੈਗਾ ਉਹਦੇ ਨਾਲ ਹੋਰ ਕਿਹੜੇ ਵਿਅਕਤੀ ਸ਼ਾਮਲ ਹੈਗੇ ਜਿਹੜੇ ਇਹਨੂੰ ਨਸ਼ੇ ਦੀ ਸਪਲਾਈ ਦਿੰਦੇ ਸੀ। ਸਰ ਇਹ ਬੇਸਿਕ ਕੰਮ ਕੀ ਕਰਦਾ ਰਾਹੁਲ? ਇਹ ਬੇਸਿਕਲੀ ਵਿਹਲਾ ਹੈ ਜੀ, ਬੇਰੁਜ਼ਗਾਰ ਹੈ, ਕੋਈ ਕੰਮ ਨਹੀਂ ਕਰਦਾ। ਮੇਨਲੀ ਜਿਹੜਾ ਹੈਗਾ ਨਸ਼ੇ ਦੀ ਸਪਲਾਈ ਦੇ ਵਿੱਚੋਂ ਹੀ ਪੈਸੇ ਕਮਾਉਂਦਾ ਹੈ। ਇਸ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰ ਦਿੱਤਾ ਗਿਆ। ਅਸੀਂ ਅੱਜ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਰਹੇ ਹਾਂ ਤੇ ਫਰਦਰ ਜਿਹੜਾ ਇਸ਼ੂ ਨਾਲ ਵਾਲਾ ਐਂਗਲ ਹੈ ਉਸ ਨੂੰ ਐਕਸਪਲੋਰ ਕਰਕੇ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸਰ ਇਸ ਤਰ੍ਹਾਂ ਦਾ ਜਿਹੜਾ ਨਸ਼ੇ ਦਾ ਕਾਰੋਬਾਰ ਕਰ ਰਿਹਾ ਵਿਅਕਤੀ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ? ਦੇਖੋ, ਜਿਹੜਾ ਮਾੜਾ ਕੰਮ ਕਰਦਾ ਨਸ਼ਾ ਦਾ ਇਸ ਸਪਲਾਈ ਦੇ ਵਿੱਚ ਲੱਗਿਆ ਹੋਇਆ ਸੀਗਾ, ਅਲਟੀਮੇਟਲੀ ਉਹਦਾ ਜਿਹੜਾ ਹੈਗਾ ਮੁਕਾਮ ਹੈ ਉਹ ਜੇਲ੍ਹ ਹੈ ਤੇ ਜਿਹੜਾ ਵੀ ਬੰਦਾ इस काम में लग्या होगा उसनों अल्टीमेटली जेल जाना पड़ेगा। पंजाब में आई बाढ़ को लेकर आम आदमी पार्टी की महिला विंग की प्रधान और मोगा से विधायक अमनदीप अरोड़ा की ओर से अपनी पार्टी की महिला कार्यकर्ताओं के साथ मिलकर विशेष मीटिंग की गई, जिसमें बाढ़ प्रभावित इलाकों में खाने पीने का सामान पहुंचाने और बाढ़ पीड़ितों को हर समय संभावित मदद करने का वायदा किया। इस अवसर पर आम आदमी पार्टी महिला विंग जालंधर की प्रधान शोभा भगत और योजना बोर्ड के सदस्य भी उपस्थित रहे। जालंधर से हलचल के लिए कैमरामैन सुदेश भगत की रिपोर्ट। पार्टी दी सरकार ਵੱਲੋਂ ਸਾਡੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਵੱਲੋਂ ਆਪਣੀਆਂ ਸਾਰੀਆਂ ਭੈਣਾਂ ਨੂੰ ਇਹ 7 ਜ਼ਿਲ੍ਹੇ ਜਿਹੜੇ ਹੜ੍ਹ ਪ੍ਰਭਾਵਿਤ ਹੋਏ ਆ, ਜਿੱਥੇ ਜ਼ਿਆਦਾ ਨੁਕਸਾਨ ਹੋਇਆ, ਸਾਰੀਆਂ ਭੈਣਾਂ ਨੂੰ ਕਹਿਣਾ ਚਾਹੁੰਦੀ ਹਾਂ ਕਿ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਤੁਹਾਡੇ ਨਾਲ ਮੋਢੇ ਨਾਲ ਮੋਢੇ ਲਾ ਕੇ ਖੜੀ ਹੈ। ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ। ਅਸੀਂ ਆਪਣੀ ਕਿਸੇ ਵੀ ਭੈਣ ਦਾ ਚੁੱਲ੍ਹਾ ਜਿਹੜਾ ਉਹ ਨਹੀਂ ਬੁਝਣ ਦੇਵਾਂਗੇ ਤੇ ਕਿਸੇ ਦੀ ਰਸੋਈ ਨਹੀਂ ਖਾਲੀ ਰਹਿਣ ਦੇਵਾਂਗੇ।
ਸਾਡੀ ਸਾਰੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਵੱਲੋਂ ਇਹਨਾਂ 7 ਜ਼ਿਲ੍ਹਿਆਂ ਦੇ ਵਿੱਚ ਸਾਡੇ ਅੱਜ ਅਸੀਂ ਸੁਲਤਾਨਪੁਰ ਲੋਧੀ ਤੋਂ ਸ਼ੁਰੂਆਤ ਕਰ ਰਹੇ ਹਾਂ ਜੀ। ਕੱਲ੍ਹ ਨੂੰ ਹਰ ਜ਼ਿਲ੍ਹੇ ਦੇ ਵਿੱਚ ਜਿਹੜੇ ਇਹ ਕੈਂਪ ਲਗਾਏ ਜਾਣਗੇ, ਜਿੱਥੇ ਮੈਡੀਕਲ ਸੇਵਾਵਾਂ ਦੇ ਨਾਲ ਨਾਲ ਰਾਸ਼ਨ, ਪੀਣ ਵਾਲਾ ਪਾਣੀ, ਉਹਨਾਂ ਦੇ ਪਰਸਨਲ ਹਾਈਜੀਨ ਨੂੰ ਦੇਖਦੇ ਹੋਏ ਸੈਨੀਟਰੀ ਪੈਡਸ ਵਗੈਰਾ ਜਿਹੜੇ ਉਹਨਾਂ ਨੂੰ ਵੰਡੇ ਜਾਣਗੇ। ਔਰ ਮੈਂ ਇੱਕ ਮੈਸੇਜ ਹੋਰ ਦੇਣਾ ਚਾਹੁੰਦੀ ਹਾਂ ਕਿ ਅਗਰ ਕਿਸੇ ਨੂੰ ਇਸ ਤੋਂ ਵੱਧ ਕੇ ਵੀ ਕੋਈ ਜ਼ਰੂਰਤ ਹੈਗੀ ਹੈ, ਸਾਡੀ ਮਹਿਲਾ ਵਿੰਗ ਦੀਆਂ ਤਕਰੀਬਨ 2000 ਮਹਿਲਾਵਾਂ ਜਿਹੜੀਆਂ ਜਿਹੜੇ ਹੋਰ ਵੀ ਇਲਾਕੇ ਹੈ ਜਿੱਥੇ ਪਾਣੀ ਦੀ ਮਾਰ ਪਈ ਹੈ, ਉੱਥੇ ਪਹੁੰਚ ਕੇ ਭੈਣਾਂ ਦਾ ਅੱਜ ਜਿਹੜਾ ਹਾਲ ਚਾਲ ਪੁੱਛ ਰਹੀਆਂ ਨੇ। ਜਿਸ ਨੂੰ ਜੋ ਵੀ ਜ਼ਰੂਰਤ ਹੋਏਗੀ, ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਕਿ ਅਸੀਂ ਆਪਣੀ ਭੈਣਾਂ ਦਾ ਵੱਧ ਤੋਂ ਵੱਧ ਜਿਹੜੀ ਮਦਦ ਕਰੀਏ, ਉਹਨਾਂ ਦਾ ਸਾਥ ਦੇਈਏ। ਇੱਕ ਹੋਰ ਚੀਜ਼ ਤਾਂ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲੀ, ਹਾਲਾਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਸਕੂਲ ਬੰਦ ਰਹਿਣਗੇ 30 ਤਰੀਕ ਤੱਕ, ਪਰ ਕੁਝ ਬੱਚਿਆਂ ਦੀ ਜ਼ਿੰਦਗੀ ਨੂੰ ਜ਼ੋਖਮ ਵਿੱਚ ਪਾਇਆ ਗਿਆ ਹੈਗਾ। ਜਦੋਂ ਹੜ੍ਹ ਆਏ ਆ, ਹੋਸਟਲ ਦੇ ਵਿੱਚ ਬੱਚੇ ਨਜ਼ਰ ਆਏ ਸੀ ਜੀ। ਉਹ ਜਵਾਹਰ ਨਵੋਦਿਆ ਵਿਦਿਆਲੇ ਦੀ ਇੱਕ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ। ਉਹ ਸਾਰੇ ਬੱਚਿਆਂ ਨੂੰ ਔਰ ਉੱਥੇ ਦੇ ਟੀਚਰ ਸਾਹਿਬਾਨਾਂ ਨੂੰ ਰੈਸਕਿਊ ਕਰ ਲਿੱਤਾ ਗਿਆ। ਉਹਨਾਂ ਨੂੰ ਜਿਹੜਾ ਉਹਨਾਂ ਦੇ ਸੁਰੱਖਿਅਤ ਸਥਾਨਾਂ ਤੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾ ਦਿੱਤਾ ਗਿਆ। ਪਰ ਕਿਤੇ ਨਾ ਕਿਤੇ ਗਿਲਟੀ ਤਾਂ ਹੈ ਇਹਦੇ ਵਿੱਚ। ਦੇਖੋ ਜੀ, ਇਹਦਾ ਜਿੱਦਾਂ ਹੀ ਸਾਡੇ ਕੋਲ ਇਨਫੋਰਮੇਸ਼ਨ ਆਈ, ਕਿਉਂਕਿ ਜਦੋਂ ਕੁਦਰਤੀ ਇੱਦਾਂ ਦੀ ਮਾਰ ਪੈਂਦੀ ਹੈ ਤੇ ਉੱਥੇ ਹਰ ਥਾਂ ਤੇ ਨਹੀਂ ਪਤਾ ਚੱਲਦਾ ਕਿ ਕਿੱਥੇ ਕੀ ਵਾਪਰ ਰਿਹਾ। ਜਿੱਦਾਂ ਹੀ ਸਾਡੇ ਨੌਲੇਜ ਦੇ ਵਿੱਚ, ਸਾਡੀ ਸਰਕਾਰ ਦੇ ਜਾਣਨ ਦੇ ਵਿੱਚ ਆਇਆ ਕਿ ਉਸ ਵਿਦਿਆਲਿਆ ਦੇ ਵਿੱਚ ਬੱਚੇ ਔਰ ਟੀਚਰ ਸਾਹਿਬਾਨ ਜਿਹੜੇ ਆ ਉੱਥੇ ਪਾਣੀ ਭਰ ਚੁੱਕੇ ਆ ਸਕੂਲ ਦੇ ਵਿੱਚ, ਉਹਨਾਂ ਨੂੰ ਨਾਲ ਦੀ ਨਾਲ ਰੈਸਕਿਊ ਕਰਕੇ ਉਹਨਾਂ ਨੂੰ ਉਹਨਾਂ ਦੇ ਸਥਾਨਾਂ ਤੇ ਪਹੁੰਚਾਇਆ ਗਿਆ। ਇੱਕ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜਾ ਹੁਣ ਆਪਣਾ ਜਿਹੜਾ ਹੈਲੀਕਾਪਟਰ ਸੀ, ਜਿਸ ਅਕਸਰ ਉਹ ਆਇਆ ਜਾਇਆ ਕਰਦੇ ਸੀ, ਉਹ ਵੀ ਜਨਤਾ ਦੇ ਸਪੁਰਦ ਕੀਤਾ ਗਿਆ। ਦੇਖੋ ਜੀ, ਆਮ ਆਦਮੀ ਪਾਰਟੀ ਦੇ ਸਾਡੇ ਸਾਰੀ ਸੀਨੀਅਰ ਲੀਡਰਸ਼ਿਪ ਹੈ ਤਾਂ ਅਸੀਂ ਤਾਂ ਸਭ ਨੂੰ ਪੂਰੇ ਇੰਡੀਆ ਦੇ ਵਿੱਚ ਜਾਗਰੂਕ ਕੀਤਾ ਕਿ ਲੋਕਾਂ ਦੀ ਟੈਕਸ ਦੇ ਪੈਸੇ ਆ, ਲੋਕਾਂ ਦੇ ਹੀ ਪੈਸੇ ਆ, ਉਹਨਾਂ ਦਾ ਹੀ ਸਮਾਨ ਹੈ। ਸੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਕੱਲ ਉੱਥੇ ਜਿਹੜੇ ਜਿਸ ਤਰ੍ਹਾਂ ਹੁਣੀ ਅਸੀਂ ਗੱਲ ਕੀਤੀ ਹੈ, ਜਵਾਹਰ ਨਵੋਦਿਆ ਵਿਦਿਆਲੇ ਦੇ ਬੱਚੇ ਜਿਹੜੇ ਫਸੇ ਹੋਏ ਸੀ ਉਹਨਾਂ ਨੂੰ ਰੈਸਕਿਊ ਕੀਤਾ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਏਰੀਆਜ਼ ਸਾਡੇ ਹੈਗੇ ਆ, ਪਠਾਨਕੋਟ ਵਾਲੀ ਸਾਈਡ, ਗੁਰਦਾਸਪੁਰ ਵਾਲੀ ਸਾਈਡ, ਜਿੱਥੋਂ ਰੈਸਕਿਊ ਕਰਨ ਦੀ ਜ਼ਰੂਰਤ ਹੈ। ਇਸ ਲਈ ਮੈਂ ਕਹੂੰਗੀ ਬਹੁਤ ਹੀ ਜਿਹੜਾ ਇੱਕ ਨੇਕ ਉਪਰਾਲਾ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਕੀਤਾ ਗਿਆ ਔਰ ਸਾਡੇ ਸਾਰੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਔਰ ਇੱਕ ਵਲੰਟੀਅਰ ਜਿਹੜਾ लोगों की सेवा ਦੇ ਵਿੱਚ ਹਾਜ਼ਰ है जी। फतेहगढ़ साहिब विधानसभा क्षेत्र के विधायक एडवोकेट लखबीर सिंह राय ने सरहिंद चौक का जायजा लिया और संबंधित अधिकारियों को स्थिति पर कड़ी नज़र रखने के निर्देश जारी किए। एडवोकेट लखबीर सिंह राय ने कहा कि लगातार हो रही बारिश के कारण लगभग हर जगह माहौल तनावपूर्ण हो गया है, लेकिन ऐसे में हमें घबराने की ज़रूरत नहीं है। उन्होंने कहा कि कुछ शरारती तत्व लोगों को पुराने वीडियो भेजकर उनमें दहशत का माहौल पैदा कर रहे हैं। फतेहगढ़ साहिब में हालात पूरी तरह से ठीक हैं, किसी को घबराने की ज़रूरत नहीं है। सरहिंद चौक में पानी का बहाव बिल्कुल सही चल रहा है। मौसम विभाग आने वाले समय में भी बारिश की संभावना जता रहा है, ऐसे में हमें सतर्क रहने की ज़रूरत है। उन्होंने कहा कि सरहिंद चौक के साथ लगते सभी गांवों की पंचायतें ग्राम कमेटियां बनाकर चौक की स्थिति पर नज़र रखें ताकि गांववासियों की सुविधा के लिए पहले से प्रबंध किए जा सके। सर सत श्री अकाल। सब तो पहला तो मैं सारी संगत नूं दसना चाहुंदा सरहिंद शहर के वासियों नूं कि जिहड़ा हड़ की गल है, हल्का श्री फतेहगढ़ साहब, डिस्ट्रिक्ट फतेहगढ़ साहब वाहिगुरू की कृपा नाल बिल्कुल सेफ है। अफसरां नाल रेगूलर मीटिंगां कर रहे हैं, किसी भी झूठी अफवाह ते यकीन करने की लोड़ नहीं, पैनिक होने की लोड़ नहीं। सरकार वालों, प्रशासन वालों कंट्रोल रूम बनाया गया और कोई ऐसी अपडेट नहीं जिहदे नाल सानू ज़्यादा अपसैट होना पवे। सारे पंजाब च अपना जिहड़ा एरिया सही है, बाकी आप गुरदासपुर होर आले दुआले सब देख रहे हैं कि बहुत बुरा हाल होया पिया ते जिहड़ा चोआ पूरी तरह सफाई की गई है। होर भी जिहड़े नाले लगते हैं सारे प्रॉपर सफाई हुई है। सो आपां नूं घबराउण दी लोड़ नहीं ते वाहिगुरू कृपा करूगा, आपां सारे सेफ हैं। स्वामी सिकंदर चैरिटेबल सोसाइटी एवं अखिल भारतीय दुर्गा सेना संगठन की ओर से शहीद आजम भगत सिंह पार्क दमोरिया पुल जालंधर में साप्ताहिक मां बंगलामुखी हवन यज्ञ का आयोजन बड़ी श्रद्धापूर्वक एवं धूमधाम से किया गया। इस धार्मिक आयोजन की अध्यक्षता श्री 108 महाराज स्वामी सिकंदर जी एवं
गुरुमा नीरज रतन सिकंदर जी के सानिध्य में की गई। तो वहीं हवन यज्ञ से पूर्व पूजनीय पंडित जी द्वारा विधिवत वैदिक मंत्रोच्चारण कर सभी देवी देवताओं का आवाहन किया गया। वैदिक रीति अनुसार अग्नि प्रज्वलित कर मां बगलामुखी जी का पूजन और हवन आरंभ किया गया। वहीं यज्ञ के दौरान भक्तों ने मां बगलामुखी जी से अपने जीवन में सुख, समृद्धि और शांति की कामना की। भक्तों की भारी संख्या में उपस्थिति के साथ ये आयोजन आध्यात्मिक ऊर्जा और भक्ति भाव से परिपूर्ण रहा। वहीं आयोजन के पश्चात सभी भक्तों के लिए प्रसाद वितरण भी किया गया। संगठन की ओर से ये संदेश दिया गया कि मां बगलामुखी जी का ये यज्ञ समाज में सकारात्मक ऊर्जा का संचार करता रहेगा। आप सब परिवार सहित इस हवन यज्ञ में आएं और मां बगलामुखी जी का आशीर्वाद प्राप्त करें। इस अवसर पर अनेक गणमान्य श्रद्धालु भी उपस्थित रहे, जिनमें पूज्य गुरुमा नीरज रतन सिकंदर, अश्विनी कुमार यादव, अमित गुप्ता, कमल मल्होत्रा, आयुष यादव, मोहित जैन, अंकुश मल्होत्रा और महिला संकीर्तन मंडली की लक्ष्मी शर्मा, पूजा शर्मा, राधा अरोड़ा, मीनू जैन भी उपस्थित रहे। वही कार्यक्रम के अंत में मुख्य यजमानों को मां की चुनरी ओढ़ाकर सम्मानित भी किया गया। जालंधर से हलचल के लिए कैमरामैन सुदेश भगत की रिपोर्ट। श्री राज राजेश्वरी कामाख्या देवी मंदिर धालीवाल कादियां कोट सदीक मंदिर कॉलोनी नजदीक गाखला पुल जालंधर की ओर से साप्ताहिक मां बगलामुखी हवन यज्ञ करवाया गया, जिसमें पंडित राजेश शर्मा, पंडित अविनाश गौतम ने गणेश पूजन, नवग्रह, षोडशोपचार पूजन करवाकर मुख्य यजमानों से हवन यज्ञ में आहुतियां डलवाई। इस अवसर पर डॉक्टर चंदन, राजेश शर्मा, आदित्य भसीन, गीतेश जुनेजा, मरवेश कपूर, नीरज कपूर, मुकेश चौधरी, मुनीश लाहौरिया, विजय हांडा, अनिल चड्डा, साहिल शर्मा, प्रदीप, कमल, अविनाश गौतम सहित अन्य भक्तजन भी उपस्थित रहे। अंत में भव्य लंगर भंडारे का आयोजन भी किया गया। जालंधर से हलचल के लिए कैमरामैन सुरेंद्र बाबा की रिपोर्ट। जय मां बगलामुखी, जय मां कामाख्या। मां राज राजेश्वरी कामाख्या देवी मंदिर कोट सतीक नजदीक गाखला पुल धालीवाल जालंधर में मां बगलामुखी जी के निमित्त साप्ताहिक हवन यज्ञ का आयोजन किया गया, जिसमें सभी भक्तों ने, नगरवासियों ने अगर हिस्सा लिया और अपनी जो भी मुरादें वो माता रानी से अपनी प्रार्थना की। माता रानी जो भी इन भक्तों की मुरादें उन सबको पूर्ण करना। और हर वीरवार को सुबह 7 से 8 माता बगलामुखी जी निमित्त साप्ताहिक निःशुल्क हवन यज्ञ किया जाता है। सभी नगरवासी निवेदन है वो आएँ और अपनी मन की मुरादों को पूरी करें। जय मां बगलामुखी, जय मां कामाख्या। और अब अंत में हलचल की गतिविधियों पर एक नजर फिर से। कांगड़ा में अर्नी यूनिवर्सिटी इंदौरा का परिसर पानी में डूबा। एनडीआरएफ की टीम ने 400 से ज्यादा छात्रों का किया रेस्क्यू। मोगा के कबाड़िया बाजार में टायर की दुकान में लगी भीषण आग, लाखों रुपयों का हुआ नुकसान। जम्मू कश्मीर में भारी बारिश से फंसे यात्रियों के लिए रेलवे ने जम्मू से दिल्ली के लिए चलाई विशेष ट्रेन, लोगों को मिली राहत। इसके साथ ही अब तक की गतिविधियां समाप्त होती हैं और ताज़ा जानकारी के लिए देखते रहिए हलचल।